वाहिगुरु जी का खालसा वाहिगुरु जी की फतेह। हम लोग अभी पहुंच गए रीठा साहिब गुरुद्वारे और गुरुद्वारा साहिब में दर्शन करके मत्था टेक के हम लोग की भेंट हुई है यहाँ के ग्रंथी दीप सिंह जी से और यहाँ के ग्रंथी गुरप्रीत सिंह जी से। तो अब हम लोग बाबा जी से यहाँ का इतिहास जानने की कोशिश करते हैं कि यहाँ क्या है, यहाँ का इतिहास, और यहाँ पे गुरु नानक देव जी आए थे और उन्होंने यहाँ पे क्या क्या चमत्कार किए थे। वाहिगुरु जी का खालसा वाहिगुरु जी की फतेह। ਇੱਥੇ ਉੱਤਰਾਖੰਡ ਦੀ ਉਦਾਸੀ ਸਮੇਂ ਤੀਜੀ ਉਦਾਸੀ 1501 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਨਾਲ ਪਹੁੰਚੇ ਸਨ। ਪਹੁੰਚਣ ਤੋਂ ਬਾਅਦ ਇੱਥੇ ਰਿੱਠੇ ਦੇ ਪੇੜ ਦੇ ਕੋਲ ਇੱਕ ਪਾਸੇ ਸਿੱਧ ਬੈਠੇ ਸਨ, ਉਹਦੇ ਦੂਜੇ ਪਾਸੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਨਾਲ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਬੈਠ ਗਏ ਤੇ ਪਰਮਾਤਮਾ ਦੀ ਪ੍ਰਾਪਤੀ ਦੀ ਗੱਲ ਚੱਲ ਪਈ। ਗੱਲ ਚੱਲਦੇ ਚੱਲਦੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ। ਭੁੱਖ ਲੱਗਣ ਤੇ ਭਾਈ ਮਰਦਾਨਾ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ, ਗੁਰੂ ਜੀ ਮੈਨੂੰ ਭੁੱਖ ਲੱਗੀ ਹੈ। ਤੇ ਗੁਰੂ ਜੀ ਨੇ ਅੱਗੋਂ ਕਿਹਾ ਇਹਨਾਂ ਸਿੱਧ ਪਾਸੋਂ ਕੁਛ ਲੈ ਕੇ ਤੁਸੀਂ ਛਕ ਲਓ। ਤੇ ਭਾਈ ਮਰਦਾਨਾ ਜੀ ਉੱਠ ਕੇ ਉਹਨਾਂ ਸਿੱਧ ਪਾਸੇ ਚਲੇ ਗਏ ਤੇ ਸਿੱਧਾਂ ਨੂੰ ਕਹਿਣ ਲੱਗੇ ਭਾਈ ਸਾਨੂੰ ਭੋਜਨ ਦਿਓ, ਸਾਨੂੰ ਭੁੱਖ ਲੱਗੀ ਹੋਈ ਹੈ। ਤੇ ਸਿੱਧਾਂ ਨੇ ਅਹੰਕਾਰ ਵਿੱਚ ਆ ਕੇ ਕਿਹਾ ਜੇ ਤੁਹਾਨੂੰ ਭੁੱਖ ਲੱਗੀ ਹੈ, ਤੁਹਾਡਾ ਗੁਰੂ ਇੰਨਾ ਪੁੰਜਾ ਹੋਇਆ ਹੈ, ਤੁਸੀਂ ਆਪਣੇ ਗੁਰੂ ਨੂੰ ਕਹੋ, ਉਹ ਤੁਹਾਨੂੰ ਕੁਝ ਖਾਣ ਵਾਸਤੇ ਦੇ ਸਕਦੇ ਨੇ। ਤੇ ਇਹ ਸੁਣ ਕੇ ਭਾਈ ਮਰਦਾਨਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਏ ਤੇ ਕਹਿਣ ਲੱਗੇ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਕਿਹਾ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੁਸੀਂ ਇੰਜ ਕਰੋ, ਰਿੱਠੇ ਦੇ ਪੇੜ ਤੋਂ ਰਿੱਠਾ ਤੋੜ ਕੇ ਤੁਸੀਂ ਛਕ ਲਓ ਤੇ ਤੁਹਾਡੀ ਭੁੱਖ ਮਿਟ ਜਾਣਗੀ। ਤੇ ਅੱਗੋਂ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਰਿੱਠੇ ਤੇ ਬੜੇ ਕੋੜੇ ਹਨ ਤੇ ਇਹ ਕਿਵੇਂ ਛਕ ਸਕਦੇ ਆਪਾਂ। ਤੇ ਭਾਈ ਮਰਦਾਨਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਛਕ ਤੋਂ ਲਓ। ਤੇ ਜਦ ਭਾਈ ਮਰਦਾਨਾ ਜੀ ਨੇ ਰਿੱਠੇ ਦੇ ਪੇੜ ਤੋਂ ਰਿੱਠਾ ਤੋੜ ਕੇ ਛਕਿਆ ਤੇ ਉਹ ਰਿੱਠੇ ਸ਼ਹਿਦ ਨਾਲੋਂ ਮਿੱਠੇ ਹੋ ਗਏ ਸਨ। ਇਹ ਚਮਤਕਾਰ ਦੇਖ ਕੇ ਸਿੱਧ ਵੀ ਜਿਸ ਪਾਸੇ ਬੈਠੇ ਸਨ ਉਸ ਪਾਸੇ ਰਿੱਠੇ ਤੋੜ ਕੇ ਛਕਣ ਲੱਗੇ, ਉਹ ਰਿੱਠੇ ਕੋੜੇ ਹੀ ਰਹਿ ਗਏ। ਤੇ ਮਹਾਰਾਜ ਦੀ ਇੰਨੀ ਦਇਆ ਦ੍ਰਿਸ਼ਟੀ ਹੋਈ ਕਿ ਜਿਹੜੇ ਰਿੱਠੇ ਸਨ ਉਹ ਸ਼ਹਿਦ ਨਾਲੋਂ ਮਿੱਠੇ ਹੋ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਜੀ ਮੈਂ 20 ਸਾਲ ਪਹਿਲੇ ਇੱਥੇ ਆਇਆ ਸੀ ਤੇ ਇੱਥੇ ਰੀਠਾ ਸਾਹਿਬ ਦਾ ਪੇੜ ਹੁੰਦਾ ਸੀ, ਕਹਿੰਦੇ ਸੀ ਕਿ ਇੱਕ ਪੇੜ ਸੁੱਕਦਾ ਤੇ ਦੂਜਾ ਉਸ ਤੋਂ ਪਹਿਲੇ ਹੋ ਜਾਂਦਾ। ਹਾਂ ਨਹੀਂ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਪੇੜ ਸੀ ਨਾ, ਤੇ ਉਹ ਅੰਦਰ ਤੁਸੀਂ ਦਰਸ਼ਨ ਕੀਤੇ ਹੋਣੇ ਸ਼ਾਇਦ, ਮੈਨੂੰ ਲੱਗਦਾ ਹੈ ਐਸੜ ਪਿਆ। ਅੱਛਾ ਇਸ ਪਾਸੇ ਪੁਰਾਤਨ ਉਹੀ ਹੈਗਾ। ਇਹ ਜਿੰਨੇ ਵੀ ਪੇੜ ਨੇ ਇੱਥੇ ਸਾਰਾ ਪਰਿਵਾਰ ਉਸ ਪੇੜ ਦਾ ਹੀ ਹੈਗਾ ਜੀ। ਅੱਛਾ ਇਹ ਉਹਦੀਆਂ ਜੜ੍ਹਾਂ ਨੇ ਜਿਹੜੀਆਂ ਜੜ੍ਹਾਂ ਨੇ ਸਾਰੀਆਂ ਉਸ ਪੇੜ ਦੀਆਂ ਨੇ। ਸਾਰਾ ਜਿੰਨਾ ਵੀ ਪਰਿਵਾਰ ਹੈਗਾ ਇੱਥੇ, ਤੇ ਇੱਥੇ 2 ਕਿਲੋਮੀਟਰ ਬਾਗ ਹੈਗਾ, ਉੱਥੇ ਵੀ ਆਪਣਾ ਬਾਗ ਹੈਗਾ। ਇਸੇ ਮਤਲਬ ਜਿਹੜਾ ਇਹ ਪੇੜ ਹੈਗਾ ਪੁਰਾਤਨ ਉਸ ਦਾ ਹੀ ਪਰਿਵਾਰ ਨੇ ਸਾਰਾ। ਅੱਛਾ ਤੇ ਇੱਥੇ ਗੁਰੂ ਨਾਨਕ ਦੇਵ ਜੀ ਬੈਠੇ ਸਨ। ਉਸ ਪਾਸੇ ਜਿਹੜੇ ਆਪਣੇ ਸਿੱਧ ਸੀ, ਜਿਹੜੇ ਗੋਰਖਨਾਥ ਦੇ ਚੇਲੇ ਬਾਬਾ ਢੇਰਨਾਥ, ਉਹ ਬੈਠੇ ਸਨ ਉਸ ਪਾਸੇ ਜਿਸ ਪਾਸੇ ਮੰਦਿਰ ਬਣਿਆ ਹੋਇਆ। ਤੁਸੀਂ ਦਿਖਾ ਸਕਦੇ ਹੋ ਸਾਧ ਸੰਗਤ ਨੂੰ ਇਸ ਥਾਂ। ਇਸ ਤਰਫ ਬਾਬਾ ਜੀ ਬੈਠੇ ਸਨ, ਇਸ ਤਰਫ ਬਾਬਾ ਜੀ ਬੈਠੇ ਸਨ ਉੱਥੇ ਜਿੱਥੇ ਰਿੱਠੇ ਦੇ ਪੇੜ ਲੱਗੇ ਹੋਏ ਨੇ, ਤੇ ਜਿਸ ਪਾਸੇ ਮੰਦਿਰ ਹੈਗਾ ਉਸ ਪਾਸੇ ਉਹ ਸਿੱਧ ਬੈਠੇ ਸਨ ਬਾਬਾ ਢੇਰਨਾਥ ਗੋਰਖਨਾਥ ਦੇ ਚੇਲੇ। ਅੱਛਾ ਬਾਬਾ ਜੀ ਇੱਕ ਗੱਲ ਹੋਰ ਪੁੱਛਣੀ ਸੀ ਇੱਥੇ ਦੇ ਬਾਰੇ। ਇੱਥੇ ਸਾਲਾਨਾ ਕੀ ਪ੍ਰੋਗਰਾਮ ਹੁੰਦੇ ਨੇ, ਮੇਲੇ ਲੱਗਦੇ ਨੇ, ਤੇ ਵਿਸਾਖੀ ਤੇ ਕੋਈ ਹੁੰਦਾ ਜਾਂ ਦੀਵਾਲੀ ਤੇ ਕੋਈ ਸਪੈਸ਼ਲ ਪ੍ਰੋਗਰਾਮ ਹੁੰਦਾ ਹੈ? ਨਹੀਂ ਜੀ ਇੱਥੇ ਨਾ ਮਈ ਵਿੱਚ ਹੁੰਦਾ ਹੈ। ਅੱਛਾ ਕੱਤਕ ਦੀ ਪੂਰਨਮਾਸ਼ੀ ਨੂੰ। ਅੱਛਾ ਇੱਥੇ ਜੋੜ ਮੇਲਾ ਹੁੰਦਾ ਹੈ ਜੀ। ਅੱਛਾ ਸਾਲਾਨਾ ਜੋੜ ਮੇਲਾ। ਤੇ ਇੱਥੇ ਲੱਖਾਂ ਦੀ ਗਿਣਤੀ 'ਚ ਸੰਗਤ ਦਰਸ਼ਨ ਕਰਾਉਣ ਆਉਂਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਹੋਰ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਲਾਨਾ ਜੋੜ ਮੇਲੇ ਤੇ ਦਰਸ਼ਨ ਦਿਓ ਤੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह। जैसे कि यहाँ के ग्रंथी भाई सिंहदीप जी ने बताया कि यहाँ पर उत्तराखंड की उदासी के समय श्री गुरु नानक देव जी आए थे और एक तरफ श्री गुरु नानक देव जी और उनके शिष्य बाला और मर्दाना बैठ गए थे
और दूसरी तरफ यहाँ के सिद्ध बैठे हुए थे। सिद्धों और श्री गुरु नानक देव जी के बीच ईश्वर को लेकर बहस हो गई थी और थोड़ा सोच विचार हुआ था। उसके कुछ समय पश्चात भाई मर्दाना को भूख लगी। भाई मर्दाना ने गुरुजी से कहा कि मुझे भूख लगी हुई है। तो श्री गुरु नानक देव जी ने सिद्धों की तरफ इशारा किया और कहा कि उनसे कुछ खाने के लिए बोल दीजिए, खाने के लिए मांग लीजिए, वो आपको खाने को दे देंगे। पर सिद्धों ने कहा कि अगर आपके गुरुजी इतने ही सामर्थ्य हैं तो आप अपने गुरुजी से कहिए, वो आपको खाने को देंगे। मर्दाना ने ये बात आकर श्री गुरु नानक देव जी को बताई। श्री गुरु नानक देव जी ने रीठा के पेड़ की तरफ इशारा करते हुए कहा कि आप रीठे वहाँ से तोड़ लीजिए और वो खा लीजिए। मर्दाना ने कहा कि वो तो कड़वे होंगे। श्री गुरु नानक देव जी ने कहा कि आप तोड़िए और उसे खाइए और सिद्धों को भी दीजिए। मर्दाना ने रीठा के पेड़ से रीठे तोड़े और वो खाए तो रीठे बहुत ही मीठे थे। लेकिन जो सिद्धों की तरफ पेड़ था रीठा का, सिद्धों ने वो रीठे खाए तो वो कड़वे थे। रीठे का आधा पेड़ जो सिद्धों की तरफ था वो कड़वा था और जो श्री गुरु नानक देव जी की तरफ था, जिससे मर्दाना ने रीठे तोड़े थे, वो मीठे निकले। उसके बाद सिद्धों ने वहाँ से अपना स्थान परिवर्तित करके वो लोग यहाँ से लोहाघाट चले गए। उसी वजह से आज यहाँ पर गुरुद्वारा रीठा साहिब जी स्थापित है, जहाँ पर दूर दूर से संगत आती है, अपनी मनोकामना मांगती है। श्री गुरु नानक देव जी के आशीर्वाद से उनकी मनोकामना पूरी भी होती है। और मई माह के महीने में यहाँ पर मेला भी लगता है, जिसमें लाखों की संख्या में बहुत दूर दूर से संगत आती है। श्री गुरु नानक देव जी के यहाँ पर आने के बाद से ही यहाँ पर जो भी संगत आती है उन्हें प्रसाद में रीठा का ही प्रसाद दिया जाता है और वो रीठे आज भी गुरु नानक देव जी की कृपा से मीठे हैं। वाह